ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ। ਇਸ ਵਕਤ ਦੀਆਂ ਖਬਰਾਂ ਦੇ ਉੱਪਰ ਫਿਰ ਇੱਕ ਵਾਰ ਝਾਤੀ ਮਾਰਾਂਗੇ ਪੰਨ ਸਾਹਿਬ ਨਾਲ। ਪੰਨ ਸਾਹਿਬ ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨ ਸਾਹਿਬ ਗੱਲ ਇਹ ਆ ਜੀ ਕਿ ਕੇਜਰੀਵਾਲ ਸਾਹਿਬ ਸ਼ੁਰੂ ਤੋਂ ਧਰਨੇ ਪ੍ਰਦਰਸ਼ਨਾਂ ਦੀ ਰਾਜਨੀਤੀ ਕਰਦੇ ਰਹੇ ਆ ਤੇ ਇੱਦਾਂ ਲੱਗਦਾ ਕਿ ਹੁਣ ਪਹਿਲੇ ਲਾਏ ਧਰਨੇ ਜਿਹੜੇ ਆ ਉਹ ਹੁਣ ਰਾਹ 'ਚ ਰੋੜਾ ਬਣਨ ਲੱਗ ਗਏ। ਇੱਕ 2014 ਦੇ ਧਰਨੇ ਦਾ ਕਰਕੇ ਕੋਈ ਉਹਨਾਂ ਦੇ ਦੋਸ਼ ਤੈਅ ਹੋਏ ਨੇ, ਉਹ ਜ਼ਰਾ ਗੱਲ ਸਮਝਾਓ ਕਿ ਕੀ ਕਹਾਣੀ ਆ ਤੇ ਕਿੱਧਰ ਨੂੰ ਗਈ। ਕਈ ਸੱਟਾਂ ਹੁੰਦੀਆਂ ਜਿਹੜੀਆਂ ਤੱਤੇ ਘਾਹ ਨਹੀਂ ਰਿੜਕਦੀਆਂ ਜੀ। ਥੋੜ੍ਹਾ ਜਿਹਾ ਚਿਰ ਪਾ ਕੇ ਨਾ ਫਿਰ ਹੌਲੀ ਹੌਲੀ ਹੱਡਾਂ 'ਚੋਂ ਭੀੜ ਜੀ ਨਿਕਲਣੀ ਸ਼ੁਰੂ ਹੁੰਦੀ। ਜੀ। ਕੇਜਰੀਵਾਲ ਅੰਨਾ ਹਜ਼ਾਰੇ ਦੀ ਮੂਵਮੈਂਟ 'ਚ ਉੱਭਰਿਆ ਲੀਡਰ ਸੀ। ਉਸ ਲਹਿਰ ਦੇ ਵਿੱਚ ਇਹਨਾਂ ਨੇ ਧਰਨੇ ਮਾਰੇ ਤੇ ਹਜ਼ਾਰਾਂ ਦਾ ਇਕੱਠ ਹੋ ਗਿਆ। ਜੀ। ਉਹਨਾਂ ਜਲਸਿਆਂ ਦੇ ਉੱਤੇ ਪੁਲਿਸ ਨੇ ਕੋਈ ਸਖਤੀ ਨਹੀਂ ਸੀ ਕੀਤੀ। ਡਾਕਟਰ ਮਨਮੋਹਨ ਸਿੰਘ ਤਾਂ ਵੈਸੇ ਹੀ ਦਬਾਅ ਉਠਾ ਕੇ ਕੰਮ ਕਰਨ ਵਾਲਾ ਪ੍ਰਧਾਨ ਮੰਤਰੀ ਸੀ। ਜੀ। ਫਿਰ ਇਹਨੇ ਇੱਕ ਪਾਰਟੀ ਬਣਾ ਲਈ, ਆਮ ਆਦਮੀ ਪਾਰਟੀ। ਉਹਦੇ ਵੱਲੋਂ ਚੋਣ ਲੜੀ। ਕਿਸੇ ਨੂੰ ਨਹੀਂ ਸੀ ਜਾਪਦਾ ਕਿ ਇਹਦੇ ਪੱਲੇ ਕੁਛ ਪਊ। ਜੀ। ਪਰ ਇਹ 28 ਸੀਟਾਂ ਲੈ ਗਿਆ। 7-8 ਸੀਟਾਂ ਉਹਨਾਂ ਦੀਆਂ ਸੀ, ਸ਼ਾਇਦ 8 ਸੀਟਾਂ ਸੀਗੀਆਂ ਕਾਂਗਰਸ ਦੀਆਂ। ਜੀ। ਤੇ ਰਲਾ ਕੇ ਇਹਨਾਂ ਦੀ ਬਹੁਤ ਸੰਮਤੀ ਬਣ ਗਈ। ਕਾਂਗਰਸ ਵਾਲਿਆਂ ਕੋਲ ਕੋਈ ਰਾਹ ਨਹੀਂ ਸੀ। ਉਹਨਾਂ ਨੇ ਇਹਦੀ ਹਮਾਇਤ ਕਰਤੀ, ਇਹਦੀ ਸਰਕਾਰ ਬਣ ਗਈ। ਇਹਦੇ ਉੱਤੇ ਫਿਰ ਇੱਕੋ ਵਕਤ ਕਈ ਪਾਸਿਆਂ ਤੋਂ ਦਬਾਅ ਪੈਣਾ ਸ਼ੁਰੂ ਹੋ ਗਿਆ। ਜੀ। ਇੱਕ ਦਬਾਅ ਤਾਂ ਇਹ ਸੀ ਕਿ ਕਾਂਗਰਸ ਵਾਲੇ ਚਾਹੁੰਦੇ ਸੀ ਕਿਉਂਕਿ ਸਰਕਾਰ ਸਾਡੀ ਮਰਜ਼ੀ ਨਾਲ ਬਣੀ ਆ ਤੇ ਸਾਡੀ ਮਰਜ਼ੀ ਨਾਲ ਚੱਲੇ। ਜੀ। ਸਾਡੀ ਮਦਦ ਤੋਂ ਬਗੈਰ ਚੱਲ ਨਹੀਂ ਸਕਦੀ। ਦੂਜੇ ਪਾਸਿਓਂ ਬੀਜੇਪੀ ਵਾਲਿਆਂ ਦਾ ਬਹੁਤ ਜ਼ਿਆਦਾ ਜ਼ੋਰ ਸੀ ਕਿ ਇਹਨੂੰ ਇੰਨਾ ਕੁ ਤੰਗ ਕਰੋ ਕਿ ਦਿੱਲੀ ਦੇ ਲੋਕ ਇਹ ਸਮਝ ਲੈਣ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਵੀ ਸਰਕਾਰ ਨਹੀਂ ਚਲਾ ਸਕੇ ਤੇ ਸਿਰਫ ਭਾਜਪਾ ਹੀ ਸਰਕਾਰ ਚਲਾ ਸਕਦੀ ਹੈ। ਜੀ। ਤੀਜਾ, ਉੱਥੇ ਨਜੀਬ ਜੰਗ ਨਾਂ ਦਾ ਉਦੋਂ ਇੱਕ ਲੈਫਟੀਨੈਂਟ ਗਵਰਨਰ ਹੁੰਦਾ ਸੀ। ਉਹਦੇ ਨਾਲ ਕੋਈ ਇਹਦਾ ਪੁਰਾਣਾ ਹੀ ਹਿਸਾਬ ਜਿਹਾ ਜਾਪਦਾ ਸੀ। ਉਹ ਇਹਨੂੰ ਤੰਗ ਕਰਦਾ ਸੀ, ਇਹ ਉਹਦੀ ਈਨ ਨਹੀਂ ਸੀ ਮੰਨਦਾ। ਉਹ ਕਹਿੰਦਾ ਸੀ ਲੈਫਟੀਨੈਂਟ ਗਵਰਨਰ ਵੱਡਾ, ਇਹ ਕਹਿੰਦਾ ਸੀ ਮੁੱਖ ਮੰਤਰੀ ਲੋਕਾਂ ਨੇ ਚੁਣਿਆ। ਜੀ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਇੱਕ ਦਿਨ ਇਹ ਫਿਰ ਖਿੱਚ ਕੇ ਜਾ ਕੇ ਰੇਲ ਭਵਨ ਦੇ ਸਾਹਮਣੇ ਧਰਨਾ ਮਾਰ ਕੇ ਬੈਠ ਗਿਆ। ਧਰਨਾ ਇਹੋ ਜਿਹਾ ਮਾਰਿਆ, ਸਰਕਾਰ ਨੇ ਪਰਵਾਹ ਨਾ ਕੀਤੀ, ਉੱਥੇ ਰਾਤ ਰਹਿ ਪਿਆ। ਬੜਾ ਪ੍ਰਚਾਰ ਕੀਤਾ ਗਿਆ, ਮੁੱਖ ਮੰਤਰੀ ਹੋ ਕੇ ਧਰਨੇ ਮਾਰਦਾ, ਇਹਨੂੰ ਧਰਨਿਆਂ ਦਾ ਸ਼ੌਕ ਹੈ। ਇਹਨੇ ਆਖਿਆ ਜੀ ਮੇਰੇ ਵਰਗਾ ਸ਼ੌਕ ਤੁਸੀਂ ਪੂਰਾ ਕਰਕੇ ਵਿਖਾ ਦਿਓ। ਜੀ। 20 ਜਨਵਰੀ ਦੀ ਰਾਤ, 21 ਜਨਵਰੀ ਦੀ ਰਾਤ, 22 ਦੀ ਰਾਤ ਧੁੰਦ ਪਈ ਆ। 4 ਡਿਗਰੀ ਟੈਂਪਰੇਚਰ ਜਿਹੜਾ ਉਹ ਘਟਦਾ ਇੱਕ ਵਾਰੀ 1 ਡਿਗਰੀ ਤੱਕ ਕਹਿੰਦੇ ਚਲਾ ਗਿਆ ਸੀ। ਇਸ ਤਰ੍ਹਾਂ ਦੇ ਟੈਂਪਰੇਚਰ ਵਿੱਚ ਸੜਕ ਦੇ ਉੱਤੇ ਬਹਿ ਕੇ ਰਾਤ ਗੁਜ਼ਾਰਨੀ, ਉੱਥੇ ਹੀ ਲੰਮੇ ਪੈਣਾ, ਇਹ ਸੌਖਾ ਕੰਮ ਤਾਂ ਨਹੀਂ ਜਿਹੜਾ ਇਹਨੇ ਕੀਤਾ। ਜੀ। ਅਖੀਰ ਇੱਕ ਸਮਝੌਤਾ ਹੋਇਆ, ਇਹਨੂੰ ਉੱਥੋਂ ਉਠਾਤਾ ਗਿਆ, ਕੇਸ ਨਾਲ ਬਣਾਤਾ ਗਿਆ। ਫਿਰ ਕਾਂਗਰਸ ਨੇ ਆਖਿਆ ਹਮਾਇਤ ਵਾਪਸ ਲਾਂਗੇ, ਇਹ ਆਖ ਕੇ ਅਸਤੀਫਾ ਦੇ ਗਿਆ। ਅਗਲੀਆਂ ਚੋਣਾਂ ਹੋਈਆਂ। ਫਿਰ ਪਾਰਲੀਮੈਂਟ ਚੋਣਾਂ ਤੋਂ ਬਾਅਦ ਫਰਵਰੀ 2015 'ਚ ਜੀ ਤੇ ਵੱਡੀ ਬਹੁਤ ਸੰਮਤੀ ਨਾਲ 17 ਚੋਂ 67 ਸੀਟਾਂ ਜਿੱਤ ਕੇ ਮੁੱਖ ਮੰਤਰੀ ਬਣ ਗਿਆ। ਉਸ ਚੋਣ ਦੌਰਾਨ ਨਵੇਂ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਦੇ ਬਾਰੇ ਆਖਿਆ ਕਿ ਪਹਿਲੀ ਗੱਲ ਕਿ ਇਹ ਜਿੱਦਾਂ ਦਾ ਸੁਭਾਅ ਹੈ, ਇਹ ਤਾਂ ਛੱਤੀਸਗੜ੍ਹ ਦੇ ਜੰਗਲਾਂ 'ਚ ਨਕਸਲੀਆਂ ਨਾਲ ਚਾਹੀਦਾ, ਦਿੱਲੀ ਵਰਗੇ ਰਾਜ 'ਚ ਇਹਦਾ ਕੀ ਕੰਮ ਹੈ। ਜੀ। ਦੂਜੀ ਗੱਲ, ਮੈਂ ਮੁੱਖ ਮੰਤਰੀ ਬਣਿਆ ਤੇ ਇੰਨੇ ਸਾਲਾਂ ਤੱਕ ਲਗਾਤਾਰ ਬਣਿਆ ਰਿਹਾ, ਇਹ ਬਣਿਆ ਤੇ 2 ਮਹੀਨੇ ਪੂਰੇ ਨਹੀਂ ਕਰ ਸਕਿਆ। ਮੈਂ ਕਿਸਮਤ ਵਾਲਾ ਹੈ, ਬਦਕਿਸਮਤ ਆ। ਦਿੱਲੀ ਦੇ ਲੋਕੋ, ਤੁਸੀਂ ਵੋਟਾਂ ਬਦਕਿਸਮਤ ਨੂੰ ਪਾਉਣੀਆਂ ਕਿ ਕਿਸਮਤ ਵਾਲੇ ਨੂੰ ਪਾਉਣੀਆਂ? ਜੀ। ਲੋਕਾਂ ਨੇ ਫਿਰ ਕਿਸਮਤ ਵਾਲੇ ਨੂੰ ਨਹੀਂ ਪਾਈਆਂ, ਬਦਕਿਸਮਤ ਨੂੰ ਪਾਤੀਆਂ। ਤੀਜੀ ਗੱਲ ਬੜੀ ਭੱਦੀ ਨਰਿੰਦਰ ਮੋਦੀ ਨੇ ਇਹ ਆਖੀ, ਇਹਦਾ ਨਾਂ ਹੁਣ ਅਰਵਿੰਦ ਕੇਜਰੀਵਾਲ ਆ, ਇਹਦੇ ਅੱਖਰ ਲੈ ਕੇ ਦੋਵੇਂ ਏ ਤੇ ਕੇ, ਤੇ 49 ਦਿਨ ਕਿਉਂਕਿ ਇਹ ਮੁੱਖ ਮੰਤਰੀ ਰਿਹਾ ਸੀ। ਉਹਨੇ ਆਖਿਆ ਕਮਾਲ ਹੈ, ਇੱਥੇ ਅਸੀਂ AK-47 ਤੇ ਚੱਲਦੀ ਸੁਣੀ, AK-74 ਚੱਲਦੀ ਸੁਣੀ ਸੀ, ਆ ਦਿੱਲੀ ਦੀ ਰਾਜਨੀਤੀ 'ਚ ਇੱਕ AK-49 ਚੱਲਦੀ ਫਿਰਦੀ ਆ। ਜੀ। ਇਹਦੇ ਬਾਵਜੂਦ ਦਿੱਲੀ ਦੇ ਲੋਕਾਂ ਨੇ ਇਹਨੂੰ ਜਿਤਾ ਦਿੱਤਾ। ਹੁਣ ਉਹ 4.5 ਸਾਲ ਰਾਜ ਕਰ ਚੁੱਕਾ, 4.5 ਸਾਲ ਦੇ ਨੇੜੇ ਤੇੜੇ। ਜੀ। ਅਗਸਤ ਵਿੱਚ ਜਾ ਕੇ 4.5 ਹੋ ਜਾਣੇ। ਅਗਲੀਆਂ ਚੋਣਾਂ ਨੇੜੇ ਆ ਗਈਆਂ ਤੇ ਉਹ ਜਿਹੜਾ ਉਦੋਂ ਦਾ 2014 ਵਾਲਾ ਕੇਸ ਹੈ, ਜਿਹੜਾ ਪਿਛਲੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਦਾ,
ਉਹ ਹੁਣ ਕੱਢ ਲਿਆ। ਜੀ ਇਹ ਕੇਸ ਇੰਨਾ ਚਿਰ ਕਿਉਂ ਨਾ ਕੱਢਿਆ ਗਿਆ? ਇਹਦਾ ਮਤਲਬ ਇਹ ਤਾਂ ਸਿੱਧੇ ਤੌਰ ਤੇ ਸਾਫ਼ ਦਿਸਦਾ ਹਰ ਕਿਸੇ ਨੂੰ ਕਿ ਲੈਫਟੀਨੈਂਟ ਗਵਰਨਰ ਨੂੰ ਵਰਤ ਕੇ, ਕਿਉਂਕਿ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਅਧੀਨ ਹੈ। ਜੀ ਦਿੱਲੀ ਦੀ ਪੁਲਿਸ ਕੇਂਦਰ ਸਰਕਾਰ ਦੇ ਅਧੀਨ ਹੈ, ਦਿੱਲੀ ਦੀਆਂ ਕਾਨੂੰਨ ਏਜੰਸੀਆਂ ਕੇਂਦਰ ਸਰਕਾਰ ਦੇ ਅਧੀਨ ਹੈ, ਦਿੱਲੀ ਦਾ ਐਂਟੀ ਕਰਪਸ਼ਨ ਬਿਊਰੋ ਕੇਂਦਰ ਸਰਕਾਰ ਦੇ ਅਧੀਨ ਹੈ। ਇੰਨਾ ਚਿਰ ਤੱਕ ਜਿਹੜਾ ਕੇਸ ਦੱਬਿਆ ਪਿਆ ਸੀ, ਉਹ ਹੁਣ ਚੋਣਾਂ ਦੇ ਨੇੜੇ ਜਾ ਕੇ ਇਸ ਕਰਕੇ ਕੱਢਿਆ ਜਾ ਰਿਹਾ ਕਿ ਇਹਨੂੰ ਚੋਣ ਪ੍ਰਚਾਰ ਦੇ ਵਿੱਚ ਜਾਣ ਲੱਗੇ ਨੂੰ ਰੋਜ਼ ਜਾ ਕੇ ਇੱਕ ਸੰਮਣ ਦੇ ਦਿਆ ਕਰੋ ਜੀ, ਹੁਣ ਫਲਾਣੇ ਨੇ ਸੱਦਿਆ ਇਨਵੈਸਟੀਗੇਸ਼ਨ ਵਾਸਤੇ, ਹੁਣ ਤੁਸੀਂ ਫਲਾਣੇ ਵਕੀਲ ਨਾਲ ਜਾਓ। ਜੀ। ਸਰਕਾਰੀ ਵਕੀਲ ਨੇ ਇੱਕ ਨਵਾਂ ਸੰਮਣ ਹੋਰ ਭੇਜ ਦਿੱਤਾ। ਇਹਦੇ ਵਿੱਚ ਉਲਝਾਉਣ ਵਾਸਤੇ ਕੱਢਿਆ ਜਾ ਰਿਹਾ। ਚ ਹੋਣਾ ਕੁਛ ਵੀ ਨਹੀਂ। ਧਰਨਾ ਉਹਨੇ ਮਾਰਿਆ ਸੀ ਇਦਾਂ ਦੇ 50 ਲੋਕਾਂ ਧਰਨੇ ਮਾਰੇ। ਕੀ ਪਤਾ ਕੱਲ ਨੂੰ ਅਦਾਲਤ ਨੇ ਵਾਰਨਿੰਗ ਦੇ ਕੇ ਨਹੀਂ ਛੱਡ ਦੇਣਾ, ਜਾਂ ਅਦਾਲਤ ਸਜ਼ਾ ਵੀ ਦੇਵੇ ਜੀ, ਤੇ ਇਹਦੇ ਉੱਤੇ ਕੋਈ 5 ਸਾਲ ਤਾਂ ਨਹੀਂ ਹੋਣ ਲੱਗੇ। ਪਰ ਜਿਹੜੇ ਢੰਗ ਨਾਲੇ ਕੇਸ ਕੱਢਿਆ ਜਾ ਰਿਹਾ, ਇਹ ਅਦਾਲਤਾਂ ਨਹੀਂ ਕੱਢਦੀਆਂ। ਜੀ ਅਦਾਲਤਾਂ ਦੇ ਵਿੱਚ ਪੈਰਵੀ ਕਰਕੇ ਕੁਝ ਏਜੰਸੀਆਂ ਪਹਿਲਾਂ ਜਾਣਬੁੱਝ ਕੇ ਕੇਸ ਢਿੱਲਾ ਰੱਖਦੀਆਂ, ਲੋੜ ਪਈ ਤੋਂ ਆ ਕੇ ਜਾਣ ਕੇ ਜ਼ੋਰ ਪਾ ਕੇ ਇਹਦੇ ਵਾਰੰਟ ਕਢਾਉਂਦੀਆਂ ਨੇ। ਇਹ ਸਾਰਾ ਕੁਝ ਏਜੰਸੀਆਂ ਤੇ ਉਹਨਾਂ ਪਿੱਛੇ ਖੜੇ ਲੋਕਾਂ ਦੀ ਕਹਾਣੀ ਹੁੰਦੀ ਹੈ। ਜੀ, ਪਰ ਕੁੱਲ ਮਿਲਾ ਕੇ 2020 ਵਾਲੀਆਂ ਇਲੈਕਸ਼ਨਾਂ ਤੇ ਅੱਖ ਹੈ। ਆਹੋ, ਬਟ 2020 ਹੋਣੀ ਆਖਰਕਾਰ। ਅੱਛਾ, ਦੂਜਾ ਸਵਾਲ ਪੰਨੂ ਸਾਹਿਬ, ਇਹ ਦਿੱਲੀ 'ਚ ਤਾਂ ਤੁਸੀਂ ਦੱਸਤਾ ਵੀ ਕੀ ਸਿਆਸਤ ਚੱਲ ਰਹੀ ਹੈ, ਇੱਦਾਂ ਦੀ ਸਿਆਸਤ ਇੱਕ ਕਰਨਾਟਕਾ 'ਚ ਵੀ ਚੱਲਣ ਡਈ ਹੈ। ਉੱਥੇ 11 MLA ਅਸਤੀਫਾ ਦੇ ਦਿੰਦੇ ਆ ਜੀ, ਤੇ ਕਲੀਅਰ ਕੱਟ ਇਹ ਜਾਪਦਾ ਕਿ ਜਿਹੜੀ ਉੱਥੇ ਕਾਂਗਰਸ ਤੇ ਜਨਤਾ ਦਲ ਐਸ ਦੀ ਸਰਕਾਰ ਆ, ਉਹਨੂੰ ਖਤਰਾ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਇੱਕ ਕਾਂਗਰਸ ਪਾਰਟੀ ਲੰਮਾ ਸਮਾਂ ਰਾਜ ਕਰਨ ਕਰਕੇ ਬਹੁਤ ਬਦਨੀਤੀਆਂ ਵਾਲੇ ਬੰਦਿਆਂ ਨਾਲ ਭਰ ਗਈ ਹੈ ਜੀ। ਗੋਆ ਦੇ ਵਿੱਚ ਭਾਜਪਾ ਦੇ 12 ਬੰਦੇ ਸੀ, ਤੇ ਉਹਨਾਂ ਨੇ 9 ਦੂਜੇ ਨਾਲ ਲਾ ਕੇ ਤੇ ਆਖਿਆ ਜੀ ਸਾਰੇ ਨਾ, ਇਹਨਾਂ ਦੇ ਸ਼ਾਇਦ 14 ਸੀ ਜੀ, 7 ਦੂਜੇ ਨਾਲ ਲਾ ਕੇ ਆਖਿਆ 6 ਤੁਹਾਡੇ ਮੰਤਰੀ ਬਣਾ ਦਿੰਦੇ, ਇੱਕ ਤੁਹਾਡਾ ਸਪੀਕਰ ਬਣਾ ਦਿੰਦੇ, ਇਕੱਲਾ ਮੁੱਖ ਸਭ ਮੰਤਰੀ ਸਾਡਾ ਹੋਊਗਾ, ਬਾਕੀ ਸਾਰੇ ਹੀ ਤੁਹਾਡੇ ਬਣਾ ਦਿੰਦੇ। ਤੇ ਭਾਜਪਾ ਦੇ ਇੱਕ ਵੀ MLA ਨੇ ਇਤਰਾਜ਼ ਨਹੀਂ ਕੀਤਾ ਜੀ, ਕਿਉਂਕਿ ਇਹਨਾਂ ਨੇ ਇਹ ਸੀ ਕਾਂਗਰਸ ਨੂੰ ਪਾਸੇ ਰੱਖ ਕੇ ਸਰਕਾਰ ਆਪਣੀ ਚਲਾਓ। ਇਸ ਕਰਨਾਟਕਾ ਦੇ ਕਾਂਗਰਸੀਆਂ 'ਚੋਂ ਹਰ ਕੋਈ ਸਿਰੇ ਲਾਈ ਫਿਰਦਾ ਕਿ ਮੈਂ ਮੁੱਖ ਮੰਤਰੀ ਬਣਨਾ। ਇਹ 4 ਦਿਨ ਰਾਜ ਤੋਂ ਪਾਸੇ ਨਹੀਂ ਰਹਿ ਸਕਦੇ ਜੀ। ਜਨਤਾ ਦਲ ਇਸ ਨਾਲ ਸਾਂਝੀ ਸਰਕਾਰ ਚੱਲਦੀ ਪਈ ਹੈ, ਇਹ ਮੁੜ ਮੁੜ ਕੇ ਤੰਗ ਕਰਦੇ ਆ। ਜਿਹੜਾ 5 ਸਾਲ ਸਿੱਧਾਰਮਈਆ ਮੁੱਖ ਮੰਤਰੀ ਰਿਹਾ, ਉਹਦਾ ਮਨ ਜੇ ਭਰਿਆ ਨਹੀਂ ਇਹਨਾਂ 'ਚ ਰਾਜ ਕਰਕੇ। ਜੀ, ਉਹ ਆਪਣੇ ਬੰਦਿਆਂ ਤੇ ਇਹੋ ਜਿਹੀਆਂ ਕਹਾਣੀਆਂ ਪਾਉਂਦਾ ਜੀ, ਸਿੱਧਾਰਮਈਆ ਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਰਵਾਂਗੇ, ਨਹੀਂ ਤੇ ਆਪਾਂ ਛੱਡ ਚੱਲੇ। ਤੇ ਜਿਹੋ ਕੁਝ ਕਰਨਾ, ਰੋਜ਼ ਇਹੋ ਕੁਝ ਕਰਿਆ ਕਰਨਾ, ਤੇ ਫਿਰ ਛੱਡ ਜਾਓ। ਜੀ, ਲੱਗੀ ਨਾ ਟੁੱਟੀ ਚੰਗੀ ਸਰਕਾਰ, ਟੁੱਟ ਜਾਣ ਦਿਓ, ਤੁਸੀਂ ਜਾਂਦੀ ਜਾਣ ਦਿਓ, ਲੋਕਾਂ ਸਾਹਮਣੇ ਆ ਜਾਏ, ਫਿਰ BJP ਆ ਜਾਏਗੀ, ਭੁਗਤਿਓ। ਅਖੀਰ ਮੁੜ ਕੇ ਉਹ ਜਦੋਂ ਉਹਨਾਂ ਨੇ ਕੰਨਾਂ 'ਚ ਕੌੜਾ ਤੇਲ ਪਾਇਆ ਤੇ ਲੱਗ ਜੂ ਪਤਾ। ਜੀ, ਦੂਸਰੇ ਪਾਸੇ BJP ਹੈ, ਇਹਨਾਂ ਦੀ ਵੀ ਖੇਡ ਬੜੀ ਨਿਆਰੀ ਹੈ। ਜੀ, ਇਹ ਖੇਡ ਸਾਡੇ ਪੰਜਾਬ ਤੋਂ ਚੱਲੀ ਸੀ। ਜੋਗਿੰਦਰਪਾਲ ਜੈਨ ਮੋਗੇ ਵਾਲਾ ਕਾਂਗਰਸੀ MLA ਹੁੰਦਾ ਸੀ ਜੀ, ਉਹਦੇ ਉੱਤੇ ਕੇਸ ਬਣ ਕੇ ਕੇਸਾਂ ਦਾ ਉਹਨੂੰ ਡਰਾਵਾ ਦਿੱਤਾ ਗਿਆ ਕਿ ਤੂੰ ਤੇ ਤੇਰਾ ਸਾਰਾ ਟੱਬਰ ਜੇਲ੍ਹ 'ਚ ਜਾਣਾ। ਉਹਨੇ ਅਸਤੀਫਾ ਦੇ ਦਿੱਤਾ। ਉਹ ਸੀਟ, ਉਹ ਬੰਦਾ ਕਾਂਗਰਸ ਤੋਂ MLA ਤੌਰ ਤੇ ਅਸਤੀਫਾ ਦਵਾਇਆ, ਤੇ ਉਹੋ ਹੀ ਅਸੈਂਬਲੀ ਦੀ ਸੀਟ ਉਹਨੂੰ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜਾ ਕੇ ਜਿਤਾਇਆ ਗਿਆ। ਜੀ, ਫਿਰ ਤਲਵੰਡੀ ਸਾਬੋ ਵਾਲੇ ਜੀਤ ਮਹਿੰਦਰ ਸਿੰਘ ਸਿੱਧੂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣ ਲੱਗੀ। ਉਹਦੇ ਨਾਲ ਵੀ ਸਮਝੌਤਾ ਹੈ ਕਿ ਤੂੰ ਕਾਂਗਰਸ ਦਾ MLA ਉੱਥੋਂ ਅਸਤੀਫਾ ਦੇ ਦੇ, ਸਾਡੀ ਪਾਰਟੀ ਵੱਲੋਂ ਖਲੋ ਕੇ ਦੁਬਾਰਾ ਜਿੱਤ ਜਾ, ਸਭ ਕੁਝ ਠੀਕ ਹੈ। ਜੀ, ਉਹਨੇ ਅਸਤੀਫਾ ਦਿੱਤਾ। ਅਸਤੀਫਾ ਦਵਾ ਕੇ ਉਸੇ ਤਲਵੰਡੀ ਸਾਬੋ ਸੀਟ ਤੋਂ ਉਹਨੂੰ ਅਕਾਲੀ ਦਲ ਵੱਲੋਂ ਜਿਤਾਇਆ। ਇਹਦੇ ਨਾਲ ਇੱਕ ਗਲਤ ਪਿਰਤ ਪਈ। ਜੀ, ਫਿਰ ਦਿੱਲੀ ਦੇ ਵਿੱਚ BJP ਵਾਲਿਆਂ ਨੇ ਪਾਰਲੀਮੈਂਟ ਚੋਣਾਂ ਤੋਂ ਥੋੜ੍ਹਾ ਜਿਹਾ ਪਹਿਲਾਂ ਆਮ ਆਦਮੀ ਪਾਰਟੀ ਤੇ ਇੱਕ MLA ਨੂੰ ਅਸਤੀਫਾ ਦਵਾਇਆ ਤੇ ਉਸੇ ਸੀਟ ਤੋਂ BJP ਵੱਲੋਂ ਖੜਾ ਕੀਤਾ। ਜੀ, ਮੈਂ ਕਹਿੰਦਾ ਦਿੱਲੀ ਦੇ ਲੋਕ ਵਧਾਈ ਦੇ ਪਾਤਰ ਆ। ਉਹਨਾਂ ਨੇ ਇਹੋ ਜਿਹੇ ਦਲ ਬਦਲੂ ਨੂੰ ਬੜੀ ਬੁਰੀ ਤਰ੍ਹਾਂ ਹਰਾ ਕੇ ਪਾਸੇ ਸੁੱਟਤਾ ਕਿ ਤੈਨੂੰ ਇਸ ਕੰਮ ਵਾਸਤੇ ਜਿਤਾਇਆ ਸੀ। ਜੀ, ਨਹੀਂ ਤੇ ਮੋਗੇ ਤੇ ਤਲਵੰਡੀ ਸਾਬੋ ਵਾਂਗ ਕਰਦੇ ਤੇ ਉੱਥੇ ਵੀ ਪਿਰਤ ਪੈ ਜਾਣੀ ਸੀ। ਜੀ, ਹੁਣ ਕਰਨਾਟਕਾ 'ਚ ਉਹ ਖੇਡ ਖੇਡੀ ਜਾ ਰਹੀ ਆ। ਉਹੋ ਹੀ ਬੰਦੇ ਆ ਕਾਂਗਰਸ ਤੋਂ ਤੇ ਜਨਤਾ ਦਲ ਇਸ ਤੋਂ ਅਸਤੀਫਾ ਦਵਾ ਦਿਓ। ਅਸਤੀਫਾ ਕਿੰਨੇ ਬੰਦਿਆਂ ਦਵਾਇਆ ਜਾ ਰਿਹਾ? ਉੱਥੇ ਜਿਹੜੀ ਅਸੈਂਬਲੀ ਆ ਉਹਦੇ 'ਚ 113 ਨਾਲ ਸਰਕਾਰ ਬਣਦੀ ਹੈ, ਤੇ ਉਹ 'ਚੋਂ 11 ਦਾ ਅਸਤੀਫਾ ਦਵਾਇਆ ਜਾ ਰਿਹਾ। ਉਹ ਇਸ ਕਰਕੇ ਕਿ ਬਾਕੀ ਦੇ 104 BJP ਦੇ ਕੋਲ ਹੈਗੇ ਤੇ ਉਹਨਾਂ ਦੀ ਸਰਕਾਰ ਬਣਾਈ ਜਾ ਸਕੇ। ਇਹਨਾਂ ਨੂੰ ਮੁੜ ਕੇ BJP ਦੀ ਟਿਕਟ ਦੇ ਉੱਤੇ ਜਿਤਾਉਣਗੇ। ਜੀ, ਇਹ ਸਾਰੀ ਬੜੀ ਗੰਦੀ ਖੇਡ ਚੱਲਦੀ ਪਈ ਹੈ। ਇਸ ਗੰਦੀ ਖੇਡ ਨੂੰ ਰੋਕਣ ਦਾ ਇੱਕੋ ਤਰੀਕਾ ਕਿ ਜਾਂ ਤਾਂ ਕਾਂਗਰਸ ਵਾਲੇ ਆਪਣੇ ਬੰਦਿਆਂ ਨੂੰ ਸੰਭਾਲ ਲੈਣ, ਉਹਨਾਂ ਨੂੰ ਥੋੜਾ ਘੂਰਨ ਵੀ ਦਬਕਾਉਣ ਵੀ,
ਜਾਂ ਫਿਰ ਕਹਿਣ ਟੁੱਟਦੀ ਹੈ ਟੁੱਟ ਜਾਣ ਦਿਓ, ਇੰਨੀਆਂ ਸਰਕਾਰਾਂ ਇੰਨੇ ਸੂਬਿਆਂ 'ਚ ਟੁੱਟ ਗਈਆਂ, ਫਿਰ ਕਿਹੜਾ ਭਾਰ ਡਿੱਗ ਪਿਆ, ਜੀ। ਇੱਕ ਹੋਰ ਟੁੱਟ ਜਾਣ ਦਿਓ, ਅਸੀਂ ਨਹੀਂ ਪਰਵਾਹ ਕਰਦੇ। ਜੇ ਇੱਕ ਵਾਰ ਟੁੱਟ ਜਾਵੇ ਤੇ ਬਾਕੀ ਕਾਂਗਰਸੀਆਂ ਨੂੰ ਵੀ ਅਕਲ ਆ ਜਾਊਗੀ, ਜਿਹੜਾ ਤੀਜੇ ਦਿਨ ਕਹਿੰਦੇ ਨਾ ਮੈਂ ਨਾ ਮਾਨੂੰ ਲੱਗਾ ਕੁੱਠ ਤੇ ਛਾਲ ਮਾਰਨੇ ਤੇ ਬਾਪੂ ਦੇ ਚਵਾਨੀ, ਪਤਾ ਲੱਗ ਜਾਏਗਾ। ਪਵਨ ਸਾਹਿਬ, ਇਸ ਵਕਤ ਪੰਜਾਬ ਦਾ ਇੱਕੋ ਹੀ ਐਮਪੀ ਹੈ ਜਿਹੜਾ ਚਰਚਾ 'ਚ ਹੈ, ਉਹ ਹੈ ਸਨੀ ਦਿਓਲ। ਸਨੀ ਦਿਓਲ ਸਾਹਿਬ ਕਦੀ ਆਪਣੇ ਬਾਪੂ ਕੋਲੋਂ ਝਿੜਕਾਂ ਖਾਣ ਦਾ ਕਰਕੇ ਚਰਚਾ 'ਚ ਆਉਂਦੇ, ਕਦੀ ਮੁਖਤਾਰਨਾਮੇ ਦਾ ਕਰਕੇ, ਤੇ ਹੁਣ ਉਹਨਾਂ ਦਾ ਉਹੀ ਜਿਹੜਾ ਲੋੜੋਂ ਵੱਧ ਖਰਚਾ ਕਰਨ ਵਾਲਾ ਕੇਸ ਹੈ ਉਹ ਚੋਣ ਕਮਿਸ਼ਨ ਕੋਲੇ ਫੇਰ ਪੜ ਗਿਆ। ਕਹਿੰਦੇ 78 ਲੱਖ ਪਲੱਸ ਕਹਿੰਦੇ ਉਹਨਾਂ ਨੇ ਖਰਚਾ ਕੀਤਾ ਤੇ ਲਿਮਟ 70 ਲੱਖ ਦੀ ਆ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਲੱਗਦਾ ਨਹੀਂ ਸਨੀ ਦਿਓਲ ਸਾਹਿਬ ਨੂੰ ਇੰਨੀ ਸੌਖੀ ਤਰੀਕੇ ਨਾਲ ਬਹਿਣ ਦੇਣਾ ਐਮਪੀ ਦੀ ਕੁਰਸੀ ਤੇ? ਨਹੀਂ, ਉਹਦੇ ਵਿੱਚ ਗਲਤੀ ਅਸਲ 'ਚ ਇਹ ਹੋਈ ਆ ਕਿ ਸਨੀ ਦਿਓਲ ਮਾਨਸਿਕ ਤੌਰ ਤੇ ਚੋਣ ਲੜਨ ਵਾਸਤੇ ਤਿਆਰ ਨਹੀਂ ਸੀ। ਜੀ। ਜਿੱਦਣ ਉਹਦੇ ਕਾਗਜ਼ ਦਾਖਲ ਕਰਾਉਣੇ ਸੀ, ਉਹਦੇ ਤੋਂ ਇੱਕ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਜਾ ਕੇ ਉਹਦੇ ਨਾਲ ਗੱਲ ਕੀਤੀ ਕਿ ਤੂੰ ਆ ਸਾਡੇ ਲੋ ਚੋਣ ਲੜ। ਜੀ। ਉਹਨੂੰ ਪਹਿਲਾਂ ਕਹਿੰਦੇ ਸੀ ਲੁਧਿਆਣੇ ਤੋਂ ਚੋਣ ਲੜ, ਤੇ ਉਹਦੇ ਬਾਪ ਨੇ ਆਖਿਆ ਲੁਧਿਆਣੇ ਨਾ ਜਾਵੇਂ, ਜੀ। ਆਪਣੇ ਪਰਿਵਾਰਕ ਸੰਬੰਧ ਆਪਾਂ ਖਰਾਬ ਹੋਵਾਂਗੇ। ਫਿਰ ਉਹਨੇ ਜਾ ਕੇ ਆਖਿਆ ਤੂੰ ਗੁਰਦਾਸਪੁਰ ਤੋਂ ਚੋਣ ਲੜ ਲਾ। ਉਹ ਮੰਨ ਗਿਆ, ਆ ਗਿਆ। ਉਹਨੂੰ ਇਹ ਪਤਾ ਹੀ ਨਹੀਂ ਕਿ ਰਾਜਨੀਤੀ ਦੇ ਚੱਜ ਚਾਰ ਕੀ ਹੁੰਦੇ ਆ, ਰਾਜਨੀਤੀ ਦੇ ਨਿਯਮ ਰੂਲ ਕੀ ਹੁੰਦੇ ਆ। ਜੀ। ਜੇ ਨਹੀਂ ਸੀ ਪਤਾ ਤੇ ਆਪਣੇ ਬਾਪ ਤੋਂ ਸਮਝ ਲੈਂਦਾ, ਜਾਂ ਜਿਹੜੇ ਲੈ ਕੇ ਆਏ ਸੀ ਉਹਨਾਂ ਨੂੰ ਕਹਿੰਦਾ ਜੀ ਮੇਰੇ ਨਾਲ ਕੋਈ ਸਿਆਣਾ ਬੰਦਾ ਲਾਓ ਜਿਹਨੂੰ ਸਭ ਗੱਲਾਂ ਦਾ ਪਤਾ ਹੋਵੇ। ਜੀ। ਸਿਆਣਾ ਬੰਦਾ ਉੱਥੇ ਕੌਣ ਲਾਉਣਾ ਸੀ? ਪੰਜਾਬ ਦੀ ਭਾਜਪਾ ਦੇ ਵਿੱਚ ਤਾਂ 15 ਲੀਡਰ ਨੇ ਤੇ 25 ਉਹਨਾਂ ਦੇ ਧੜੇ ਆਪੋ 'ਚ ਬਣਦੀ ਨਹੀਂ ਕਿਸੇ ਦੀ ਇੱਕ ਦੂਜੇ ਨਾਲ। ਜੀ। ਇਹ ਸਾਰੇ ਆਪੋ 'ਚ ਪਾਟੇ ਪਏ ਸੀ ਤੇ ਇਹਨਾਂ 'ਚੋਂ ਸੱਚੀ ਗੱਲ ਆ ਕਿ 2-3 ਲੀਡਰਾਂ ਦਾ ਨਾਂ ਲੱਗਦਾ, ਉਹ ਜਾਣਬੁੱਝ ਕੇ ਚਾਹੁੰਦੇ ਸੀ ਸਨੀ ਦਿਓਲ ਕਿਸੇ ਚੱਕਰ 'ਚ ਫਸ ਜਾਵੇ, ਤੇ ਜੇ ਇੱਕ ਵਾਰੀ ਫਸ ਜਾਵੇਗਾ ਇਹਦੇ ਸੀਟ ਖਾਲੀ ਹੋਊ ਤੇ ਮੁੜ ਕੇ ਸਾਡੇ 'ਚੋਂ ਕਿਸੇ ਨੂੰ ਮਿਲੂਗੀ। ਜੀ। ਉਹ ਵੀ ਚਾਹੁੰਦੇ ਸੀ। ਇਹ ਰੌਲਾ ਪੈਂਦਾ ਰਿਹਾ। ਪਿਛਲੀ ਵਾਰੀ ਜਦੋਂ ਵਿਨੋਦ ਖੰਨੇ ਦੀ ਮੌਤ ਤੋਂ ਬਾਅਦ ਉਪ ਚੋਣ ਹੋਈ ਆ ਤੇ ਭਾਜਪਾ ਨੇ ਸਵਰਨ ਸਲਾਰੀਆ ਖੜਾ ਕੀਤਾ। ਜੀ। ਜਿੱਤ ਤਾਂ ਸੁਨੀਲ ਜਾਖੜ ਦੇ ਉੱਦਾਂ ਵੀ ਜਾਣਾ ਸੀ, ਕਿਉਂਕਿ ਉੱਥੇ ਇੱਕ ਅਕਾਲੀ ਲੀਡਰ ਦੀ ਫਿਲਮ ਘੁੰਮਦੀ ਪਈ ਸੀ ਜਿਹੜੀ ਸੁਨੀਲ ਜਾਖੜ ਦਾ ਕੰਮ ਸੌਖਾ ਕਰ ਰਹੀ ਸੀ। ਜੀ। ਪਰ ਇਹ ਸੱਚੀ ਗੱਲ ਹੈ ਕਿ ਸਵਰਨ ਸਲਾਰੀਆ ਨੂੰ ਹਰਾਉਣ ਵਾਸਤੇ ਭਾਜਪਾ ਦੇ ਲੀਡਰਾਂ ਦੀ ਇੱਕ ਟੀਮ ਨੇ ਵੀ ਪੂਰਾ ਜ਼ੋਰ ਲਾਇਆ ਸੀ। ਜੀ। ਉਹੀ ਟੀਮ ਹੁਣ ਸਨੀ ਦਿਓਲ ਦੇ ਖਿਲਾਫ ਕੰਮ ਕਰਦੀ ਸੀ। ਇਹਨਾਂ ਨੇ ਉਹਨੂੰ ਗੱਲਾਂ ਦੱਸੀਆਂ ਹੀ ਨਹੀਂ। ਉਹਨੇ ਆ ਕੇ ਕਾਨੂੰਨੀ ਤੌਰ ਤੇ ਇੱਕ ਖਾਤਾ ਖੋਲ੍ਹਿਆ, ਉਸ ਖਾਤੇ 'ਚੋਂ ਖਰਚਾ ਕਰਨ ਲੱਗ ਪਿਆ। ਪਰ ਨਾਲ ਦੀ ਨਾਲ ਪ੍ਰਚਾਰ ਵਾਸਤੇ ਇੱਕ ਖਾਤਾ ਉਹਦਾ ਸਨੀ ਦਿਓਲ ਫੈਨ ਕਲੱਬ ਕੁਝ ਇਸ ਤਰ੍ਹਾਂ ਦਾ ਸੀਗਾ ਸੋਸ਼ਲ ਮੀਡੀਆ ਤੇ, ਜੀ। ਉਹਦੇ ਉੱਤੇ ਖਰਚਾ ਬਹੁਤ ਹੋ ਰਿਹਾ ਸੀ। ਜਿਹੜਾ ਉਹਦੇ ਰਾਹੀਂ ਖਰਚਾ ਹੋ ਰਿਹਾ ਸੀ ਉਹ ਸਮਝਦਾ ਸੀ ਕਿ ਮੇਰਾ ਉਹ ਫਿਲਮਾਂ ਬੜਾ ਹੋਣ। ਜੀ। ਇਹਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਜਿਹੜਾ ਕੋਈ ਫਿਲਮ ਸਟਾਰ ਚੋਣ ਲੜਦਾ ਉਹਨਾਂ ਚਿਰ ਤੱਕ ਉਹਦੀਆਂ ਫਿਲਮਾਂ ਵੀ ਟੈਲੀਵਿਜ਼ਨ ਵਗੈਰਾ ਤੇ ਵਿਖਾਉਣੀਆਂ ਬੰਦ ਕਰ ਦਿੱਤੀਆਂ ਜਾਂਦੀਆਂ, ਤੇ ਜਿਹੜੀਆਂ ਵਿਖਾਈਆਂ ਜਾਣੀਆਂ ਉਹ ਐਡ ਦਾ ਖਰਚਾ ਬਣ ਜਾਂਦਾ। ਜੀ। ਇਹਦਾ ਖਰਚਾ ਇੰਨਾ ਵੱਧਦਾ ਗਿਆ। ਦੋ ਵਾਰੀ ਜਿਹੜੇ ਚੋਣ ਅਬਜ਼ਰਵਰ ਸੀ ਉਹਨਾਂ ਨੇ ਥੋੜੀ ਜਿਹੀ ਚੇਤਾਵਨੀ ਵੀ ਦਿੱਤੀ, ਨਹੀਂ ਪਰਵਾਹ ਕੀਤੀ। 19 ਤਰੀਕ ਨੂੰ ਵੋਟਾਂ ਪੈਣੀਆਂ ਸੀ। 17 ਤਰੀਕ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਇਹਨੂੰ ਸੁਨੇਹਾ ਭੇਜਤਾ ਕਿ ਜਿੰਨੀ ਖਰਚੇ ਦੀ ਤੇਰੀ ਲਿਮਟ ਸੀ ਉਹ ਸਾਰਾ ਖਰਚਾ ਤੇਰਾ ਹੋ ਗਿਆ। ਜੀ। ਹੁਣ ਤੂੰ ਅੱਗੋਂ ਖਰਚਾ ਹੋਰ ਨਹੀਂ ਕਰ ਸਕਦਾ। ਤੇ ਜੇ 17 ਨੂੰ ਖਰਚਾ ਹੋ ਗਿਆ ਤੇ 18 ਨੂੰ ਚੋਣ ਪ੍ਰਚਾਰ ਖੁੱਲ੍ਹਾ ਬੰਦ ਆ, ਘਰ ਘਰ ਤੇ ਜਾਣਾ, ਗੱਡੀਆਂ ਤੇ ਤੁਰਦੀਆਂ ਪਈਆਂ ਨੇ। ਜੀ। 19 ਨੂੰ ਪੋਲਿੰਗ ਬੂਥ ਲਾਉਣੇ ਆ, ਉੱਥੇ ਜਾ ਕੇ ਜਿਹੜੇ ਟੈਂਟ ਲਾਉਣੇ ਆ ਉਹ ਫਿਰ ਕੀ ਕਹੇਗਾ ਪਹਿਲਾਂ ਖਰੀਦ ਲਿਆ ਸੀ ਸਮਾਨ, ਅਬਜ਼ਰਵਰਾਂ ਨੇ ਜਾ ਕੇ ਉਸ ਦਿਨ 'ਚ ਪਾਉਣਾ। ਜੀ। ਜਿਸ ਦਿਨ ਕਾਊਂਟਿੰਗ ਹੋਣੀ ਆ ਉੱਥੇ ਜਿਹੜੇ ਉਹਦੇ ਬੰਦੇ ਜਾਣੇ ਗੱਡੀਆਂ ਤੇ ਚੜ੍ਹ ਕੇ ਉਹਨਾਂ ਦਾ ਕਿਰਾਇਆ ਵੀ ਪਾਉਣਾ। ਉਹ ਸਾਰੇ ਖਰਚੇ ਤੋਂ ਵਧਨੇ ਸੀ। ਜੀ। ਹੁਣ ਜਦੋਂ ਇਹ ਰਿਪੋਰਟ ਆਈ ਹੈ ਕਿ ਮਿਥੀ ਹੱਥੋਂ ਦਾ ਖਰਚਾ ਵੱਧ ਗਿਆ ਔਰ ਥੋੜ੍ਹਾ ਜਿਹਾ ਨਹੀਂ ਵਧਿਆ, ਵਾਹਵਾ ਜ਼ਿਆਦਾ ਵੱਧ ਗਿਆ, ਉਹ ਸਾਰੇ ਖਰਚੇ ਨੂੰ ਉਹ ਜਸਟੀਫਾਈ ਕਿੱਦਾਂ ਕਰੇਗਾ, ਜਾਇਜ਼ ਕਿੱਦਾਂ ਠਹਿਰਾਵੇਗਾ? ਜੀ। ਇਸ ਮਾਮਲੇ 'ਚ ਜਾਂ ਤਾਂ ਧਰਮਿੰਦਰ ਨੂੰ ਚਾਹੀਦਾ ਸੀ ਕਿ ਮੈਂ ਅੱਗੇ ਕਾਕਾ ਚੋਣ ਲੜੀ ਆ, ਮੈਂ ਤੈਨੂੰ ਦੱਸ ਦਿੰਦਾ ਆਹ ਕੁਛ ਹੁੰਦਾ, ਜਾਂ ਮੁੰਡੇ ਨੇ ਨਹੀਂ ਬਾਪੂ ਤੋਂ ਪੁੱਛਿਆ। ਜੀ। ਪਰ ਜੇ ਕੁਝ ਵੀ ਨਹੀਂ ਸੀ ਤੇ ਜਿਹੜੇ ਬੀਜੇਪੀ ਵਾਲੇ ਉਹਨੂੰ ਲਿਆਏ ਸੀ ਉਹਨਾਂ ਨੂੰ ਚਾਹੀਦਾ ਸੀ ਕੋਈ ਨਾਲ ਸਿਆਣਾ ਬੰਦਾ ਕੋਈ ਲਾਉਂਦੇ। ਸਿਆਣੇ ਦੀ ਘਾਟ ਕਰਕੇ ਮੁੰਡਾ ਕਸੂਤਾ ਫਸ ਗਿਆ। ਇਹਦੇ 'ਚ ਕੱਲ੍ਹ ਨੂੰ ਇਹਦੇ ਖਿਲਾਫ ਕਾਰਵਾਈ ਵੀ ਹੋ ਸਕਦੀ, ਇਹ ਜ਼ਰੂਰੀ ਨਹੀਂ ਵੀ ਹੋਵੇ ਹੀ, ਜੀ। ਜੀ। ਪਰ ਹੋ ਵੀ ਸਕਦੀ। ਜੀ। ਚਲੋ ਹੋ ਸਕਦੀ ਹੈ ਤਾਂ ਪੰਜਾਬ ਦੀ ਗੱਲ ਹੈ, ਪਰ ਗੁਜਰਾਤ ਦੀਆਂ 2 ਰਾਜ ਸਭਾ ਸੀਟਾਂ ਦੇ ਉੱਪਰ ਚੋਣ ਹੋਈ ਹੈ ਜੀ, ਤੇ ਕਾਂਗਰਸ ਫਿਰ ਉੱਥੋਂ ਕੁਛ ਨਹੀਂ ਜੀ, ਖਾਲੀ ਹੱਥ, ਦੋਵੇਂ ਸੀਟਾਂ ਭਾਜਪਾ ਲੈ ਗਈ। ਉੱਥੇ 2 ਸੀਟਾਂ ਖਾਲੀ ਹੋਈਆਂ ਨੇ। ਇੱਕ ਤਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਉੱਥੋਂ ਰਾਜ ਸਭਾ ਮੈਂਬਰ ਸੀ, ਜੀ। ਉਹਨਾਂ ਵਾਲੀ ਸੀਟ ਖਾਲੀ ਹੋ ਗਈ ਆ ਕਿਉਂਕਿ ਲੋਕ ਸਭਾ ਲਈ ਚੁਣਿਆ ਗਿਆ, ਅਡਵਾਨੀ ਸਾਹਿਬ ਵਾਲੀ ਸੀਟ ਤੋਂ ਚੁਣਿਆ ਗਿਆ ਵੱਡੇ ਮਾਰਜਨ ਨਾਲ। ਦੂਸਰੀ ਸੀਟ ਸਿਮਰਤੀ ਇਰਾਨੀ ਦੀ ਸੀ। ਉਹ ਇੱਥੋਂ ਆ ਕੇ ਅਮੇਠੀ ਤੋਂ ਰਾਹੁਲ ਗਾਂਧੀ ਨੂੰ ਹਰਾ ਕੇ ਜਿੱਤ ਗਈ।
ਉਹਨਾਂ ਦੋ ਦੀਆਂ ਰਾਜ ਸਭਾ ਸੀਟਾਂ ਖਾਲੀ ਹੋਈਆਂ ਸੀ। ਜੀ ਉਹਨਾਂ ਤੇ ਉਪ ਚੋਣ ਹੋਣੀ ਸੀ। ਕਾਂਗਰਸ ਪਾਰਟੀ ਨੇ ਬੜਾ ਯਤਨ ਕੀਤਾ ਕਿ ਦੋਵਾਂ ਸੀਟਾਂ ਦੀ ਇਕੱਠੀ ਚੋਣ ਹੋਵੇ, ਪਰ ਜਿਹੜੀ ਰਵਾਇਤ ਆ ਉਹ ਇੱਕ ਸੀਟ ਖਾਲੀ ਹੋਈ ਹੈ ਤੇ ਉਹਦੀ ਚੋਣ, ਤੇ ਜੇ ਦੂਜੀ ਖਾਲੀ ਹੋਈ ਤੇ ਉਹਦੀ ਚੋਣ, ਜੀ ਦੋਵੇਂ ਇਕੱਠੀਆਂ ਨਹੀਂ ਹੋ ਸਕਦੀਆਂ। ਦੋਵਾਂ ਵਾਸਤੇ ਅੱਡੋ ਅੱਡ ਵੋਟਿੰਗ ਹੋਣੀ ਹੈ। ਜੀ ਅੱਡੋ ਅੱਡ ਵੋਟਿੰਗ ਦੇ ਵਿੱਚ ਭਾਜਪਾ ਕੋਲ ਸੀਟਾਂ ਵੋਟਾਂ ਵੈਸੇ ਹੀ ਵੱਧ ਸੀ। 182 ਦੀ ਅਸੈਂਬਲੀ ਹੈ ਜੀ ਤੇ 104 ਇਹਨਾਂ ਨੂੰ ਵੋਟਾਂ ਪੈ ਗਈਆਂ ਨੇ। ਉੱਦਾਂ ਇਹਨਾਂ ਦੇ ਕੋਲ 99 ਇਹਨਾਂ ਦੇ ਜਿੱਤੇ ਸੀ, ਇੱਕ ਅੱਧਾ ਕੋ ਹੋ ਰਿਹਾ 100 ਸੀਗੇ, ਪਰ ਦੋ ਤਿੰਨ ਬੰਦੇ ਦਲ ਬਦਲੀ ਪਾ ਕਰਕੇ ਵੋਟਾਂ ਪਾ ਗਏ, ਕ੍ਰਾਸ ਵੋਟਿੰਗ ਕਰਕੇ ਨੇ। ਜੀ ਜਿਹੜੇ ਦੋ ਨੇ ਕ੍ਰਾਸ ਵੋਟਿੰਗ ਕੀਤੀ ਉਹਨਾਂ ਨੇ ਬਾਅਦ ਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਤੇ ਆਖਿਆ ਇਹ ਆ ਕਿ ਕਾਰਵਾਈ ਹੁਣ ਪਈ ਹੈ ਜੀ, ਅਸੀਂ ਤਾਂ ਲੋਕ ਸਭਾ ਚੋਣਾਂ ਵੇਲੇ ਅਸਤੀਫਾ ਦੇ ਦਿੱਤਾ ਸੀ। ਜੀ ਜੇ ਲੋਕ ਸਭਾ ਚੋਣਾਂ ਵੇਲੇ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਤਾਂ ਕੇਸ ਕਰਕੇ ਬੈਠੇ ਸੀ ਕਿ ਰਾਜ ਸਭਾ ਦੇ ਵਿੱਚ ਵੀ ਇੱਧਰ ਵੋਟ ਪਾ ਕੇ ਤੇ ਫਿਰ ਅਸਤੀਫਾ ਦਿਆਂਗੇ। ਜੀ ਉਦੋਂ ਦਾ ਕਿਉਂ ਨਾ ਉੱਤੇ ਕਾਰਵਾਈ ਹੋਈ। ਉਹਦੇ ਚੋਂ ਭਾਜਪਾ ਦੇ ਜਿਹੜੇ ਦੋਵੇਂ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਚੋਂ ਇੱਕ ਤਾਂ ਐਸ ਜੈ ਸ਼ੰਕਰ ਜਿਹੜੇ ਸਾਡੇ ਇਸ ਵੇਲੇ ਵਿਦੇਸ਼ ਮੰਤਰੀ ਬਣਾਏ ਗਏ ਨੇ, ਉਹ ਜਿੱਤੇ, ਇੱਕ ਹੋਰ ਜਿੱਤੇ। ਉਹ ਦੋਵਾਂ ਦੇ ਪੱਖ 'ਚ 104 ਵੋਟਾਂ ਪੈ ਗਈਆਂ ਨੇ। ਜੀ ਕਾਂਗਰਸ ਵਾਲਿਆਂ ਦੀਆਂ 17 ਦੇ ਨੇੜੇ ਰਹਿ ਗਈਆਂ। ਇਹਦੇ 'ਚ ਭਾਜਪਾ ਨੂੰ ਏਡੀ ਤਿਗੜਮਬਾਜ਼ੀ ਕਰਨ ਦੀ ਲੋੜ ਨਹੀਂ ਸੀ, ਵੋਟਾਂ ਨੇ ਕੋਲ ਵੈਸੇ ਹੀ ਬਹੁਤ ਸੀ। ਜੀ ਪਰ ਇੱਕ ਭਾਜਪਾ ਦਾ ਸੁਭਾਅ ਇਹ ਬਣ ਗਿਆ ਕਿ ਜਿੱਥੇ ਵੀ ਇਕੱਲੀ ਭਾਜਪਾ ਦਾ ਕਿਉਂ ਸਾਰੇ ਇੱਦਾਂ ਕਰ ਦਿੰਦੇ। ਹੁਣ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੋਲ ਕਿਤੇ ਬਹੁਤ ਸੰਮਤੀ ਨਹੀਂ ਗਈ। ਜੀ ਇਹਨਾਂ ਦੇ ਕੋਲ 2/3 ਬਹੁਤ ਸੰਮਤੀ ਹੈ ਇਸ ਵੇਲੇ। ਇਹਦੇ ਬਾਵਜੂਦ ਨਾਜਰ ਸਿੰਘ ਮਾਨਸਾ ਨੂੰ ਆਖਿਆ ਆਮ ਆਦਮੀ ਪਾਰਟੀ ਛੱਡ ਕੇ ਆ ਜਾ ਸਾਡੇ 'ਚ। ਜੀ ਰੋਪੜ ਵਾਲੇ ਅਮਰਜੀਤ ਸਿੰਘ ਸੰਦੋਏ ਨੂੰ ਆਖਿਆ, ਭਾਵੇਂ ਇਹਨਾਂ ਆਖਿਆ ਤੇ ਭਾਵੇਂ ਉਹ ਆਏ ਆ, ਪਰ ਆਏ ਤੇ ਬੇਲੋੜੇ ਆ। ਕੈਪਟਨ ਅਮਰਿੰਦਰ ਸਿੰਘ ਦੇ ਕੋਲ ਬਹੁਤ ਸੰਮਤੀ ਬਹੁਤ ਤਗੜੀ ਆ। ਜੀ ਪਹਿਲਾਂ ਹੀ ਇੰਨੇ ਬੰਦੇ ਆ ਜਿਹੜੇ ਕੋਈ ਨਾ ਕੋਈ ਚੇਅਰਮੈਨ ਨਹੀਂ ਭਾਲਦੇ ਪਏ। ਜੇ ਮੰਤਰੀ ਨਹੀਂ ਬਣ ਸਕਦਾ, ਕੁਝ ਹੀ ਗੱਲ ਬਣ ਜੇ, ਉਹਨਾਂ ਦੀ ਬਣਦੀ ਨਹੀਂ ਪਈ। ਜੀ ਕੀ ਲੋੜ ਸੀ? ਉੱਥੇ ਗੁਜਰਾਤ ਦੇ ਵਿੱਚ ਵੀ ਭਾਜਪਾ ਨੇ ਇਹੋ ਖੇਡ ਖੇਡੀ, ਬਦੋ ਬਦੀ ਕ੍ਰਾਸ ਵੋਟਿੰਗ ਕਰਾਈ ਹੈ, ਜਿਹਦੀ ਲੋੜ ਨਹੀਂ ਸੀ। ਸਿਰਫ ਕਾਂਗਰਸ ਨੂੰ ਠਿੱਠ ਕਰਨ ਵਾਸਤੇ, ਸ਼ਰਮਿੰਦਾ ਕਰਨ ਵਾਸਤੇ ਕਰਾਈ ਹੈ। ਜੀ ਆਖਰੀ ਸਵਾਲ ਬਨੂ ਸਾਹਿਬ, ਮੈਂ ਟਰੰਪ ਸਾਹਿਬ ਬਾਰੇ ਪੁੱਛਣਾ ਚਾਹੁੰਦਾ। ਉਹਨਾਂ ਵੀ ਅਮਰੀਕਾ ਦਾ ਆਜ਼ਾਦੀ ਦਿਵਸ ਮਨਾਇਆ ਤੇ ਹੁਣ ਤੱਕ ਕਹਿੰਦੇ ਸੀ ਉੱਥੇ ਸ਼ਾਇਦ ਪਰੇਡ ਨਹੀਂ ਹੁੰਦੀ, ਪਰ ਉਹ ਕਹਿੰਦਾ ਮੈਂ ਪਰੇਡ ਕਰਾਊਂਗਾ। ਇੱਦਾਂ ਕਿਉਂ? ਨਹੀਂ, ਇਹ ਜਦੋਂ 1776 'ਚ ਬ੍ਰਿਟਨ ਤੋਂ ਆਜ਼ਾਦ ਹੋਏ ਨੇ, ਉਦੋਂ ਚੁੱਪ ਕਰਕੇ ਰਾਜ ਸਮਾਜ ਨਾਲ ਸਾਂਭ ਲਿਆ। ਜੀ ਅਗਲੇ ਸਾਲ ਜਦੋਂ ਆਜ਼ਾਦੀ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ, ਉਦੋਂ 13 ਤੋਪਾਂ ਦੀ ਸਲਾਮੀ ਲਈ ਗਈ। ਜੀ ਉਦੋਂ ਬਾਅਦ ਕਦੇ ਨਹੀਂ ਸੁਣਿਆ, ਕਦੇ ਮਾੜੇ ਮੋਟੇ ਲੋਕੀ ਆਤਿਸ਼ਬਾਜ਼ੀ ਕਰਦੇ ਸੀ ਅਮਰੀਕਾ ਡੇ 'ਤੇ। ਜੀ ਵਿੱਚੋਂ ਇੱਕ ਵਾਰੀ ਪਰੇਡ ਜਾਂ 2 ਵਾਰੀ ਕਰਵਾਈ ਗਈ, ਪਰ ਪਿਛਲੇ ਬਹੁਤ ਸਾਲਾਂ ਤੋਂ ਨਹੀਂ ਸੀ ਹੋਈ। ਜੀ ਹੁਣ ਇਹਨੇ ਕਹਿ ਦਿੱਤਾ ਜੀ ਹਰ ਸਾਲ ਕਰਾਇਆ ਕਰਨੀ ਹੈ। ਉਹਦਾ ਕਾਰਨ ਇਹ ਹੈ ਕਿ 3 ਸਾਲ ਪਹਿਲਾਂ ਜਦੋਂ ਇਹ ਰਾਸ਼ਟਰਪਤੀ ਬਣਿਆ ਤੇ ਇਹ ਫਰਾਂਸ ਵਿੱਚ ਗਿਆ ਸੀ, ਉੱਥੋਂ ਦਾ ਜਿਹੜਾ ਨੈਸ਼ਨਲ ਡੇ ਮਨਾਇਆ ਜਾ ਰਿਹਾ ਸੀ, ਉਹਦੇ 'ਚ ਇਹਨੇ ਉਹਨਾਂ ਦੀ ਪਰੇਡ ਦੇਖੀ। ਜੀ ਤੇ ਇਹਨੇ ਵੇਖਿਆ ਕਿ ਉਹਨਾਂ ਦੇ ਰਾਸ਼ਟਰਪਤੀ ਦਾ ਕਿੰਨਾ ਟੌਰ ਬਣਦਾ। ਫਿਰ ਸੋਚਿਆ ਆਪਣੇ ਵੀ ਚਾਹੀਦਾ। ਮੁੜ ਕੇ ਇੰਡੀਆ 'ਚ ਆ ਕੇ ਵੇਖ ਗਿਆ ਜੀ ਕਿ ਇਹ ਤਾਂ ਬੜੀ ਟੌਰ ਵਾਲੀ ਗੱਲ, ਰਾਸ਼ਟਰਪਤੀ ਦਾ ਬੜਾ ਟੌਰ ਬਣਦਾ। ਇੰਨੇ ਟੈਂਕ ਉਹਦੇ ਸਾਹਮਣੇ ਲੰਘਣ, ਤੋਪਾਂ ਲੰਘਣ, ਜਹਾਜ਼ ਲੰਘਣ। ਇਹ ਉਹਨਾਂ ਸਿਆਸੀ ਬੰਦਾ ਨਹੀਂਗਾ, ਉਹਨਾਂ ਐਡਮਿਨਿਸਟ੍ਰੇਸ਼ਨ ਵਾਲੇ ਪਾਸੇ ਨਹੀਂ, ਜਿੰਨਾ ਇਹ ਸ਼ੋਅਮੈਨ ਹੈ। ਜੀ ਹਰ ਗੱਲ ਵਾਸਤੇ ਸ਼ੋਅ ਕਰਨ ਨੂੰ ਇਹ ਬਹੁਤ ਤਗੜਾ ਰਹਿੰਦਾ। ਤੇ ਉਹਨੇ ਸ਼ੋਅਮੈਨ ਦੇ ਤੌਰ ਤੇ ਇਹ ਰੱਖ ਦਿੱਤਾ ਕਿ ਮੈਂ ਤੇ ਇਸੇ ਤਰ੍ਹਾਂ ਹੀ ਪਰੇਡ ਕਰਾਊਂਗਾ ਨੈਸ਼ਨਲ ਡੇ 'ਤੇ। ਉਹ ਪਿਛਲੇ ਸਾਲ ਹੀ ਕਰਾਉਣੀ ਚਾਹੁੰਦਾ ਸੀ, ਉਦੋਂ ਲੋਕਾਂ ਨੇ ਵਿਰੋਧ ਬੜਾ ਕੀਤਾ ਤੇ ਇਹ ਰੁਕ ਗਿਆ। ਜੀ ਇਸ ਵਾਰੀ ਫਿਰ ਨੇ ਆਖਿਆ ਕਰਾਉਣੀ ਹੈ। ਜਿਹੜੀ ਵਿਰੋਧੀ ਧਿਰ ਹੈ ਡੈਮੋਕ੍ਰੇਟਿਕ ਪਾਰਟੀ, ਉਹਨਾਂ ਨੇ ਬਹੁਤ ਆਖਿਆ ਕਿ ਵੇਸਟੇਜ ਆਫ ਫੰਡਸ ਹੈ, ਇਹਦਾ ਕੋਈ ਫਾਇਦਾ ਨਹੀਂ। ਕਿਹਨੂੰ ਤੁਸੀਂ ਵਿਖਾਉਣਾ ਚਾਹੁੰਦੇ? ਸਾਰੀ ਦੁਨੀਆ ਤੇ ਪਤਾ ਕਿ ਅਮਰੀਕਾ ਦੇ ਕੋਲ ਬਹੁਤ ਕੁਛ ਹੈ, ਤੇ ਕਿਹਨੂੰ ਤੁਸੀਂ ਵਿਖਾਉਣਾ ਚਾਹੁੰਦੇ? ਉਦੋਂ ਪਿਛਲੇ ਸਾਲ ਨਹੀਂ ਸੀ, ਇਸ ਵਾਰੀ ਇਹਨੇ ਫਿਰ ਜ਼ਿੱਦ ਕਰਕੇ ਉਹ ਪਰੇਡ ਕਰਾਤੀ ਹੈ ਤੇ ਦੂਸਰੇ ਜਿਹੜੇ ਉਹ ਵੇਂਦੇ ਰਹਿ ਗਏ। ਇਹਦੇ ਸਾਹਮਣੇ ਸਵਾਲ ਇਹ ਨਹੀਂਗਾ ਇਕੱਲਾ ਕਿ ਪਰੇਡ ਹੋਵੇ ਤੇ ਮੈਂ ਰਾਸ਼ਟਰਪਤੀ ਦੇ ਤੌਰ ਤੇ ਜਾ ਕੇ ਬੋਲਾਂ ਤੇ ਸਾਰਿਆਂ 'ਚ ਬੱਲੇ ਬੱਲੇ ਹੋ ਜਾਊ। ਦੂਜਾ ਵੀ ਹੈ ਕਿ ਅਗਲੇ ਸਾਲ ਰਾਸ਼ਟਰਪਤੀ ਦੀ ਫਿਰ ਚੋਣ ਆ ਰਹੀ ਹੈ। ਜੀ ਜਾਰਜ ਬੁਸ਼ ਲਗਾਤਾਰ 2 ਵਾਰੀ ਜਿੱਤਿਆ, ਉਹਦੇ ਬਾਅਦ ਬਿਲ ਕਲਿੰਟਨ ਲਗਾਤਾਰ 2 ਵਾਰੀ ਜਿੱਤਿਆ, ਫਿਰ ਜਾਰਜ ਬੁਸ਼ ਦਾ ਪੁੱਤਰ ਜਾਰਜ ਬੁਸ਼ ਉਹ 2 ਵਾਰੀ ਜਿੱਤਿਆ, ਜੀ ਫਿਰ ਬਰਾਕ ਓਬਾਮਾ 2 ਵਾਰੀ ਜਿੱਤਿਆ। ਇਹ ਹੁਣ ਚਾਹੁੰਦਾ ਕਿ 2-2-2-2-2 ਵਾਲੀ ਜਿਹੜੀ ਖੇਡ ਚੱਲਦੀ ਰਹੇ। ਇੱਕ ਵਾਰ ਤੇ ਮੇਰੇ 4 ਸਾਲ ਪੂਰੇ ਹੋ ਚੱਲੇ ਆ, ਤੇ ਦੂਸਰੇ ਚੋਣ ਜਿੱਤਣ ਵਾਸਤੇ ਸਾਮ ਦਾਮ ਦੰਡ ਭੇਦ ਜਿੱਦਾਂ ਲੋਕਾਂ ਤੇ ਪ੍ਰਭਾਵ ਪਾਇਆ ਜਾ ਸਕਦਾ ਕਿ ਅਮਰੀਕਾ ਫਸਟ, ਜੀ ਅਮਰੀਕਾ ਦੀ ਤਾਕਤ ਇੰਨੀ ਹੈ। ਹੁਣ ਇਹਨੇ ਅਮਰੀਕਾ ਡੇ ਦੀ ਪਰੇਡ ਦੇ ਮੌਕੇ ਜਿਹੜਾ ਭਾਸ਼ਣ ਕੀਤਾ, ਉਹਦੇ ਵਿੱਚ ਵੀ ਇੱਕ ਲਫ਼ਜ਼ ਨੇ ਆਖਿਆ
ਕਿ ਅਮਰੀਕਾ ਦੁਨੀਆ ਭਰ ਦੇ ਵਿੱਚ ਜਿੱਡੀ ਵੱਡੀ ਮਹਾਸ਼ਕਤੀ ਅੱਜ ਹੈ, ਜਿੱਡੀ ਮਜ਼ਬੂਤ ਤਾਕਤ ਅੱਜ ਹੈ, ਐਡਾ ਇਹ ਕਦੇ ਅੱਜ ਤੱਕ ਹੋਇਆ ਹੀ ਨਹੀਂ। ਯਾਨੀ ਮੇਰੇ ਵਕਤ ਹੋ ਗਿਆ ਜੀ। ਮੋਦੀ ਸਾਹਿਬ ਵੀ ਇਹੋ ਹੀ ਕਹਿੰਦੇ ਆ ਕਿ ਅੱਜ ਤੱਕ ਜੋ ਨਹੀਂ ਸੀ ਭਾਰਤ ਬਣ ਸਕਿਆ, ਜੀ। ਮੋਦੀ ਹੈ ਤਾਂ ਮੁਮਕਿਨ ਹੈ। ਟਰੰਪ ਕਹਿੰਦਾ ਕਿ ਟਰੰਪ ਹੈ ਤੇ ਫਿਰ ਸਾਰੇ ਟਰੰਪ ਕਾਰਡ ਚੱਲਣਗੇ। ਇਹ ਤਾਂ ਨਹੀਂ ਕਦੇ ਉਹ G20 ਸੰਮੇਲਨ 'ਚ ਮਿਲੇ ਮੋਦੀ ਸਾਹਿਬ ਨੇ ਸਲਾਹ ਦੇਤੀ ਹੋਵੇ ਕਦੇ? ਉਹ ਤੋਂ ਸਲਾਹ ਮੰਗਣ ਵਾਲਾ ਨਹੀਂ, ਉਹ ਵੇਖ ਕੇ ਕਾਪੀ ਕਰਨ ਨੂੰ ਵੀ ਤਕੜਾ। ਤੁਸੀਂ ਸਮਾਂ ਕੱਢਿਆ ਪਨੂ ਸਾਹਿਬ, ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।